साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। गरीब नवाज। वाली कुल आलम, शाहे शहनशाह, धन धन सतगुरु श्री गुरु ग्रंथ साहिब महाराज जी की पावन पवित्र हजूरी अंदर सुभाईमान सतसंगी जनों, वड भागे खां। निता प्रति सतगुरु जी की गोद विच बैठ के शरदा प्रेम भावना दे नाल रब्बी बाणी पढ़ सुन के अपना जीवन सफला बना रहे हाँ। आओ सतगुरु दाता कृपा करे, इसे तरह बाणी पढ़दियां साडी जिंदगी का सफ़र जो असी तय कर रहे हाँ, उस सफ़र दे विच गुरु साडी सहायता मदद करदा है। गुरु सहाई होवे, गुरबाणी दी विचार जो रोज़ ही रहरास सोदर आपां पढ़दे सुनदे अते विचारदे हाँ। 3 दिन तो इक्को शब्द नूं आधार बना के तुहाडे नाल सांझी गल कर रहा, कोशिश करांगा अज इस पावन बचन नूं संपूर्ण करां, क्योंकि बचनां दे अंदर बड़ा कुछ हुंदा है। जितने भी माणक मोती आपां लभदे आ, वो साडे लई थोड़े हुंदे आ, घट हुंदे आ। सो सतगुरु गुरु रामदास महाराज जी कृपा करन, जो कल दे दीवान दे अंदर आपां विचारी उसे विचार नूं अगां तोरन तो पहिलां साहिबां दे चरनां 'च सीस नवाइए। प्यार सत्कार अते अदब दे नाल दोवें हत्थ जोड़ इक्के वारी कहण ते गुर फतेह दी सांझ पाओ जी। प्यार नाल आखो वाहिगुरू जी का खालसा, वाहिगुरू जी की फतेह। सतगुरु गुरु रामदास महाराज जी का पावन बचन, जिस विच कल आप जी दे नाल गल सांझी कीती सी, हर जन के वड भाग वडेरे, जिन हर हर शरदा हर प्यास। जिन्हां दे अंदर गुरु प्रति खिच, गुरु प्रति शरदा भावना हुंदी है ना, उही गुरु दे वल आउंदे आ। जिवें भुखा बंदा रोटी वल दौड़दा ते प्यासा बंदा पानी वल दौड़दा। जे भुख ही नहीं लगी, प्यास ही नहीं लगी, ना तो बंदा पानी वल भजेगा ते ना ही रोटी वल भजेगा। साडे अंदर दी प्यास, साडे अंदर दी खिच सानू गुरु वल लैके आउंदी है। ते सतगुरु जी कहंदे आ, जदों आपां गुरु कोल आ जाने आ, फिर गुरु सानू ज्ञान दिंदा है। गुरु साडे लई ज्ञान दे भंडारे लैके बैठा है। ज्ञान दे भंडारियां दे विचों फिर सानू वो दसदा, खावैं खर्चैं रल मिल भाई, इनू खा इनू खर्च, ताकि तेरे अंदर होर खाण दी लालसा तेरे अंदर बन जावे। सो सतगुरु गुरु रामदास महाराज कृपा करदे, प्रभु दे उन्हां सेवकां दे बड़े उच्चे भाग, बड़े चंगे वो किस्मत वाले भागां वाले,
ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸ਼ਰਧਾ ਅਤੇ ਖਿੱਚ ਪੈਦਾ ਹੋ ਗਈ, ਦੁਨੀਆ ਦੀ ਹਰੇਕ ਚੀਜ਼ ਦੇ ਨਾਲ ਬੰਦੇ ਦੀ ਖਿੱਚ ਜ਼ਰੂਰ ਹੁੰਦੀ ਹੈ। ਜਿਵੇਂ ਜਿਵੇਂ ਬੰਦਾ ਪਦਾਰਥਾਂ ਦੇ ਨਾਲ, ਮੋਹ ਮਾਇਆ ਦੇ ਨਾਲ, ਸੰਸਾਰ ਦੇ ਨਾਲ ਜੁੜਦਾ ਹੈ ਤੇ ਸੰਸਾਰ ਪ੍ਰਤੀ ਬੰਦੇ ਦੀ ਖਿੱਚ ਬਣਦੀ ਜਾਂਦੀ ਹੈ। ਇੱਕ ਹੀ ਖਿੱਚ ਆਪਸੀ ਪ੍ਰੇਮ ਪਿਆਰ ਪੈਦਾ ਕਰਦੀ ਹੈ। ਪਰ ਇੱਕ ਬੇਨਤੀ ਮੈਂ ਆਪ ਜੀ ਦੇ ਚਰਨਾਂ ਵਿੱਚ ਕਰਾਂ, ਇਹ ਜਿਹੜੀ ਦੁਨਿਆਵੀ ਖਿੱਚ ਹੈ ਨਾ, ਦੁਨਿਆਵੀ ਪ੍ਰੇਮ ਪਿਆਰ ਮੋਹ ਦੇ ਉੱਤੇ ਟਿਕਿਆ ਹੋਇਆ, ਜਿਵੇਂ ਸਾਡੇ ਅੰਦਰ ਕਿਸੇ ਦੇ ਪ੍ਰਤੀ ਥੋੜੀ ਜਿਹੀ ਨਫ਼ਰਤ ਭਾਵਨਾ ਜਨਮ ਲੈਂਦੀ ਹੈ ਨਾ, ਆਪਾਂ ਉਹ ਖਿੱਚ ਤੋਂ ਦੂਰ ਹੋ ਜਾਂਦੇ ਹਾਂ, ਆਪਾਂ ਉਸ ਪ੍ਰੇਮ ਉਸ ਮੋਹ ਤੋਂ ਟੁੱਟ ਜਾਂਦੇ ਹਾਂ। ਪਰ ਗੁਰੂ ਦੇ ਨਾਲ ਪ੍ਰੇਮ, ਗੁਰੂ ਦੇ ਨਾਲ ਮੋਹ, ਗੁਰੂ ਦੇ ਨਾਲ ਖਿੱਚ ਐਸੀ ਹੈ। ਭਗਤ ਬਾਣੀ ਦੇ ਵਿੱਚੋਂ ਇੱਕ ਬਚਨ ਆਪਾਂ ਪੜ੍ਹਦੇ ਹਾਂ, ਹੇ ਸਤਿਗੁਰੂ ਤੇਰੇ ਨਾਲ ਮੇਰੀ ਪ੍ਰੀਤ, ਤੇਰੇ ਨਾਲ ਮੇਰੀ ਖਿੱਚ ਇਹੋ ਜਿਹੀ ਹੈ ਕਿ ਤੇਰੀ ਤੇ ਮੇਰੀ ਕੋਈ ਤੋੜ ਨਹੀਂ ਸਕਦਾ। ਪਹਿਲੀ ਗੱਲ, ਤੇਰੇ ਤੇ ਮੇਰੇ ਵਿੱਚ ਅੰਤਰ ਕੋਈ ਨਹੀਂ। ਤੋਹੀ ਮੋਹੀ ਮੋਹੀ ਤੋਈ, ਅੰਤਰ ਕੈਸਾ ਕਨਕ ਕਟਕ ਜੈਸੇ ਜਲ, ਤਰੰਗ ਜੈਸਾ ਤੋਰੀ ਨਾ ਟੁੱਟੈ। ਇਹਨੇ ਤੋੜਿਆ ਨਹੀਂ ਟੁੱਟਣਾ। ਤੇਰੇ ਤੇ ਮੇਰੇ ਵਿੱਚ ਕੋਈ ਫਰਕ ਹੀ ਨਹੀਂ ਹੈ। ਤੇਰਾ ਤੇ ਮੇਰਾ ਪ੍ਰੇਮ ਦੀ ਖਿੱਚ ਜਿਹੜੀ ਹੈ ਨਾ, ਉਹ ਦੁਨਿਆਵੀ ਨਹੀਂ ਹੈ। ਜੇ ਦੁਨਿਆਵੀ ਹੁੰਦੀ ਕੀ ਪਤਾ ਮੈਂ ਵੀ ਲੋਕਾਂ ਵਾਂਗ ਤੇਰੇ ਨਾਲੋਂ ਤੋੜ ਲੈਂਦਾ। ਤੇ ਭਗਤ ਸਾਹਿਬਾਨ ਕਹਿੰਦੇ ਇਹ ਇਹੋ ਜਿਹੀ ਖਿੱਚ ਹੈ ਰੱਬਾ ਤੇਰੀ ਤੇ ਮੇਰੀ, ਤੋਰੀ ਨਾ ਟੁੱਟੈ ਤੋੜੀ ਨਾ ਛੁੱਟੈ। ਐਸੀ ਮਾਦੋ ਖਿੰਚ ਤਨੀ, ਇਹੋ ਜਿਹੀ ਮਾਦੋ ਤੂੰ ਇਹ ਤਣੀ ਨੂੰ ਖਿੱਚ ਕੇ ਰੱਖਿਆ, ਇਹਨੂੰ ਕੋਈ ਤੋੜਿਆ, ਇਹਨੂੰ ਕੋਈ ਤੋੜ ਨਹੀਂ ਸਕਦਾ। ਖਿੱਚਿਆ ਕੋਈ ਆਪਣੇ ਵੱਲ ਖਿੱਚ ਨਹੀਂ ਸਕਦਾ। ਹੁਣ ਸੰਸਾਰ ਦੀ ਕੋਈ ਵੀ ਮੋਹ ਮਾਇਆ, ਸੰਸਾਰ ਦਾ ਕੋਈ ਵੀ ਪਦਾਰਥ ਇਸ ਪ੍ਰੀਤ ਨੂੰ ਤੇਰੇ ਨਾਲੋਂ ਦੂਰ ਨਹੀਂ ਕਰ ਸਕਦਾ। ਇੰਨੀ ਖਿੱਚ ਤੇਰੇ ਨਾਲ ਹੈ। ਸਗੋਂ ਉਹਨਾਂ ਨੇ ਤਾਂ ਇੱਕ ਗੱਲ ਸਾਨੂੰ ਸਮਝਾਈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਿੱਦਣ ਦੀ ਹੈ ਵਾਹਿਗੁਰੂ ਤੇਰੇ ਨਾਲ ਆਪਾਂ ਜੋੜ ਲਈ ਆ ਨਾ, ਜਿਨ੍ਹਾਂ ਦੀ ਰੱਬ ਦੇ ਨਾਲ ਜੁੜ ਜਾਂਦੀ ਹੈ ਨਾ ਸਾਧ ਸੰਗਤ, ਫਿਰ ਰੱਬ ਦੇ ਨਾਲੋਂ ਉਹਨਾਂ ਦੀ ਟੁੱਟਦੀ ਨਹੀਂ। ਫਿਰ ਜਿੰਨਾ ਮਰਜ਼ੀ ਆਪਾਂ ਪੱਲਾ ਛਡਾਉਣ ਦੀ ਕੋਸ਼ਿਸ਼ ਕਰੀਏ, ਜਿੰਨਾ ਮਰਜ਼ੀ ਅਸੀਂ ਪੈਰ ਪਿਛਾਂਹ ਨੂੰ ਪੱਟਣ ਦੀ ਕੋਸ਼ਿਸ਼ ਕਰੀਏ, ਫਿਰ ਪੈਰ ਪਿਛਾਂਹ ਨਹੀਂ ਜਾਏਗਾ। ਅਗਾਹਾਂ ਕੂਤਰਾਂਗ, ਉਹਦਾ ਜੀਵਨ ਅਗਾਂਹ ਹੀ ਵੱਧਦਾ ਜਾਏਗਾ। ਉਹਦਾ ਜੀ ਨਹੀਂ ਕਰੇਗਾ ਕਿ ਮੈਂ ਪਰਮਾਤਮਾ ਨਾਲੋਂ ਤੋੜਾਂ, ਕਿਉਂਕਿ ਉਹਨੂੰ ਪਤਾ ਹੈ ਰੱਬ ਦੇ ਨਾਲੋਂ ਜੇਕਰ ਮੈਂ ਤੋੜ ਲਈ ਤੇ ਦੁਨੀਆ ਦਾ ਜੋ ਕੁਝ ਇਹ ਦੁੱਖਾਂ ਦੇ ਪਹਾੜ ਮੇਰੇ ਤੇ ਝੁੱਲਣਗੇ। ਇਹੀ ਕਹਾਣੀ ਬਣਦੀ ਹੈ। ਜਦੋਂ ਆਪਾਂ ਗੁਰੂ ਦੇ ਨਾਲੋਂ ਆਪਣੀ ਖਿੱਚ ਤੋੜ ਲੈਂਦੇ ਹਾਂ ਨਾ, ਗੁਰੂ ਦੇ ਨਾਲੋਂ ਪ੍ਰੇਮ ਤੋੜ ਲੈਂਦੇ ਹਾਂ, ਤੇ ਦੁਨੀਆ ਦੇ ਸਾਰੇ ਦੁੱਖ ਹੀ ਸਾਡੇ ਉੱਤੇ ਐਂ ਲੱਗਦਾ ਕਿ ਵੀ ਸਾਰੀਆਂ ਮੁਸ਼ਕਲਾਂ ਹੀ ਸਾਡੇ ਤੇ ਆਣ ਪੈਂਦੀਆਂ। ਇਸੇ ਕਰਕੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਸੰਸਾਰ ਦੀਆਂ ਪੀੜਾਂ, ਸੰਸਾਰ ਦੇ ਦੁੱਖਾਂ ਤੋਂ ਉੱਤੇ ਉੱਠ ਕੇ ਮੈਂ ਸੱਚੀ ਪ੍ਰੀਤ ਤੇਰੇ ਨਾਲ ਜੋੜੀ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਦੂਜਿਆਂ ਦੇ ਨਾਲ ਤੋੜ ਲਈ। ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ, ਹੇ ਵਾਹਿਗੁਰੂ ਜਿਨ੍ਹਾਂ ਦੇ ਅੰਦਰ ਤੋਂ ਇਹ ਪ੍ਰੀਤ, ਇਹ ਖਿੱਚ, ਇਹ ਸ਼ਰਧਾ ਪੈਦਾ ਕਰਦੇ, ਉਹੀ ਤੇਰੇ ਵੱਲ ਖਿੱਚੇ ਆਉਂਦੇ ਆ, ਨਹੀਂ ਤਾਂ ਦੂਜਾ ਕੋਈ ਖਿੱਚਿਆ ਨਹੀਂ ਆਉਂਦਾ। ਕੁਝ ਕੁ ਉਦਾਹਰਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਆਪਾਂ ਪੜ੍ਹਦੇ ਹਾਂ। ਹੋਰ ਵੀ ਕਈ ਵਿਦਵਾਨਾਂ ਨੇ ਇਸ ਗੱਲਾਂ ਦਾ ਜ਼ਿਕਰ ਕੀਤਾ। ਬਾਣੀ ਦੇ ਅੰਦਰੋਂ ਦੋ ਕੁ ਉਦਾਹਰਨਾਂ ਮੈਂ ਖਿੱਚ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਕਦੀ ਤੁਸੀਂ ਆਪਾਂ ਬਾਣੀ ਵਿਚਾਰੀ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ। ਉਸ ਪਹਿਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਸੇ ਖਿੱਚ ਦਾ ਜ਼ਿਕਰ ਕੀਤਾ ਸੀ, ਕਿਸੇ ਦੀ ਪ੍ਰੀਤ ਦਾ ਜ਼ਿਕਰ ਕੀਤਾ ਸੀ। ਜੇਕਰ ਤੁਹਾਨੂੰ ਯਾਦ ਹੋਵੇ, ਸ਼ਲੋਕ ਤਾਂ ਅਕਸਰ ਹੀ ਆਪਾਂ ਪੜ੍ਹਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਬਚਨ ਸੀ,
गुण गोबिंद गायो नहीं जन्म अकारथ कीन, कहो नानक हर भज मना जे बिद जल को मीन। खिच वेख मच्छी दी ते पानी दी किस तरह की बनी हुई है। आपां ये कदे नहीं कहिंदे कि भी पानी मच्छी तो बिना नहीं रह सकता। आपां हमेशा ये कहने कि मच्छी पानी तो बिना नहीं रह सकती। यही हुंदा ना जी। इस बचन के अंदर आपां पिछे विचार के आए, गुरु नूं कोई फर्क नहीं पैंदा आपां उहनूं परमात्मा नूं ध्याईए ना ध्याईए, पानी नूं कोई फर्क नहीं पैंदा। मच्छी चली गई आ गई कोई फर्क नहीं पैंदा उहनूं। सतगुरु जी कहंदे आ बंदिया एक गल नूं समझ, जिवें मच्छी दी पानी दे नाल इन्नी खिच इन्ना लगाव है ना, किते गुरु दे नाल तेरा इन्ना लगाव बन जाए, इन्ना प्रेम तेरा बन जाए। एक होर उदाहरण आपां बाणी विचों लैणी है। सतगुरु जी दी बाणी ने पतंगे दी उदाहरण दिती है। जिथे क्षमा जलदी होएगी ना, जिथे लाट जलदी होएगी, या सौखा जिहा इहनूं समझ लो कि भी जिथे दीवा चानण होएगा, भावें तुसी लख दरवाजे बंद कर लो, जिस पतंगे ने क्षमा दे उत्ते आके बैठना उन्हें जगह लभ ही लैनी है, क्योंकि उहदी खिच है उहदे नाल, वो खिंचिया तुरिया आएगा। जिस भोरे ने रस लैना वो दूरों उड्डिया उसे फुल ते आके बहेगा, तुसी उहनूं रोक नहीं सकते। बस आही कहानी है। जिन्ने गुरु दे लई अपना आप कुर्बान करना है ना, जिन्ने गुरु दे लई अपने आप प्रेम विच भेज के गुरु नूं जपना है, वो गुरु वाल खिंचिया तरिया आएगा। वो कदी मौसम नहीं वेखदा, वो कदी बहारा नहीं वेखदा, वो कदी रुत्तां नहीं वेखदा, वो कदी दिन नहीं वेखदा, वो कदी साल नहीं वेखदा। वो तां हर वेले निरंकार नूं वेखदा है, ते हर वेले निरंकार नूं वेख के कहंदा तन मन होए निहाल, जां गुर देखां सामने। ये साडे अंदर दी खिच है। इस तरह किते असीं भी खिच्चे तुरे आईए। सो सतगुरु गुरु रामदास महाराज कहंदे आ, ये सी तेरे अंदर दी खिच अगली तुक, हर हर नाम मिलै त्रिपतासै, मिल संगत गुण प्रगास। मैं पहला भी बेनती कर खटिया, 3 दिन हो गया इक्को शब्द नूं विचारदिआं, ते अज मेरी कोशिश है कि भी इस शब्द नूं आपां अधूरा नहीं छड्डना, इस शब्द नूं आपां पूरिया करना है। तो मैं हौली हौली शब्द नूं पूरा करने की कोशिश करदा, ताकि आपां इहदी विचार कर सकीए। सतगुरु गुरु रामदास महाराज कहंदे आ, जदों उन्हां नूं परमात्मा दा नाम प्राप्त हो जांदा ना, जिन्हां दे अंदर प्रभु दी भगती दी लिव लग जांदी है, खिच बन जांदी है, गुरु रामदास महाराज कहंदे आ माया दी तृष्णा वल्लों रज जांदे ने। हुण इत्थे कुछ कु ख्याल मेरे जेहन दे अंदर ने। दुनिया दी इस भीड़ दे अंदर ऐसा कोई बंदा नहीं जिहड़ा ये दावा करके आखे मैं रज गया। भाई गुरदास जी दे बोल आपां सांझे करांगे ताकि गल स्पष्ट हो जाए। भाई गुरदास जी एक बड़ा प्यारा बचन करते आ। भाई गुरदास जी कहते आ, जदों मैं संसार वाल झात मारदा ना, दुनिया दे उत्ते कोई ऐसा दावा करने वाला मैनू नहीं मिलिया जिहड़ा ये कहंदा होवे मैं रज गया, मैनू किसी चीज़ की लोड़ नहीं है, मेरी पूर्ति हो गई है, मैं तृप्त हो गया, मैनू इन्हां चीज़ां की हुण लोड़ नहीं। सगों मैं जदों दुनिया ते वेखदा संसार कह रहा मैनू होर दई जा, मेरा रज नहीं हो रहा। भाई गुरदास जी का बचन साझा करन लगा, सा रज ना कोई जीविया। इत्थों तक मैं बेनती करदा आप जी दे चरनां विच, सतगुरु जी की बाणी ने बाहर की गल भावें कीती है, पर कुछ गल्लां साडे शरीर दियां भी कीतियां ने। तू बाहरों वेख के ते पता नहीं रजे या ना रजे, तेरे अंदर बैठा तू खुद नहीं रज रहा। तेरियां अखां वेखदियां कदी नहीं रजदियां, ये पर तन भी वेखदियां ते पराया धन भी वेखदियां आ। कि तू इन्हां अखां नूं रजा लिया
ਤੂੰ ਕੀ ਇਹਨਾਂ ਅੱਖਾਂ ਨੂੰ ਕਹਿ ਦਿੱਤਾ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਤਰੀ ਹਰ ਬਿਨ ਅਵਰਨਾ। ਦੇਖੋ ਕੋਈ ਇਹ ਰੱਜ ਗਈਆਂ, ਇਹ ਨਹੀਂ ਰੱਜਦੀਆਂ। ਜੇ ਮੈਂ ਇਸੇ ਬੋਡੀ ਦੀ ਗੱਲ ਕਰਾਂ, ਇਸ ਸਰੀਰ ਦੀ ਗੱਲ ਕਰਾਂ, ਤੇ ਗੁਰੂ ਅਮਰਦਾਸ ਮਹਾਰਾਜ ਇਹਨਾਂ ਕੰਨਾਂ ਦੀ ਵੀ ਗੱਲ ਕਰਦੇ ਆ ਕਿ ਤੇਰੇ ਕੰਨ ਸੁਣ ਸੁਣ ਕੇ ਰੱਜ ਗਏ ਆ। ਇਹ ਦਾਵਾ ਕਰਕੇ ਤੂੰ ਕਹਿ ਸਕਦਾ ਕਿ ਮੇਰੇ ਕੰਨ ਰੱਜ ਗਏ ਆ। ਤੂੰ ਕਹਿ ਸਕਦਾ ਇਹ ਸਰਵਣੋ ਮੇਰਿਓ ਸੱਚ ਹੈ, ਸੁਣਨਾ ਨੂੰ ਪਠਾਏ। ਹਾਂ, ਝੂਠ ਸੁਣ ਸੁਣ ਕੇ ਇਹ ਕੰਨ ਕਦੀ ਨਹੀਂ ਰੱਜਦੇ। ਸੱਚ ਤੋਂ ਪੱਲਾ ਕਈ ਵਾਰ ਝਾੜ ਜਾਂਦੇ ਨੇ, ਨਿਰੰਕਾਰ ਤੋਂ ਪੱਲਾ ਝਾੜ ਜਾਂਦੇ ਨੇ, ਕਦੀ ਝੂਠ ਤੋਂ ਪੱਲਾ ਨਹੀਂ ਝਾੜਦੇ। ਕੋਈ ਬੰਦਾ ਤੁਸੀਂ ਇਹੋ ਜਿਹਾ ਵੇਖਿਆ ਜਿਹੜਾ ਇਹ ਕਹਿੰਦਾ ਹੋਵੇ ਮੈਨੂੰ ਗੁਰੂ ਦੀ ਆਹ ਗੱਲ ਦੱਸੀ, ਮੈਨੂੰ ਕਦੀ ਭੁੱਲੀ ਨਹੀਂ? ਨਹੀਂ, ਐਸਾ ਬੰਦਾ ਵਿਰਲਾ ਹੁੰਦਾ ਹੈ। ਹਰੇਕ ਬੰਦਾ ਇਹ ਕਹਿੰਦਾ ਤੇ ਸੁਣੇਗਾ ਫਲਾਣੇ ਨੇ ਆਹ ਗੱਲ ਆਖੀ, ਮੈਨੂੰ ਅੱਜ ਵੀ ਯਾਦ ਹੈ। ਹਫ਼ਤਾ ਪਹਿਲਾਂ ਗੁਰੂ ਦੀ ਹਜ਼ੂਰੀ ਵਿੱਚ ਕੀ ਗੱਲ ਹੋਈ, ਵਿਰਲਿਆਂ ਨੂੰ ਪਤਾ ਹੁੰਦਾ। ਇੱਥੋਂ ਤੱਕ ਮਾਫ਼ ਕਰਨਾ, ਸਾਨੂੰ ਤਾਂ ਕਈ ਵਾਰ ਇਹ ਵੀ ਨਹੀਂ ਪਤਾ ਕਿ ਵੀ ਆਪਾਂ ਵਿਚਾਰ ਸੁਣ ਕੇ ਕਿਹੜੀ ਆਏ ਹਾਂ। ਬਾਹਰ ਜਾਂਦੇ ਹੀ ਆਪਾਂ ਕੰਨਾਂ ਤੋਂ ਪੱਲਾ ਝਾੜ ਜਾਂਦੇ ਹਾਂ। ਮੈਂ ਬੇਨਤੀ ਕਰ ਰਿਹਾ, ਭਾਈ ਗੁਰਦਾਸ ਜੀ ਕਹਿੰਦੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਕਿਉਂਕਿ ਤ੍ਰਿਸ਼ਨਾ ਹਰੇਕ ਬੰਦੇ ਦੇ ਅੰਦਰ ਹੈ। ਰੱਜਣ ਤੋਂ ਭਾਵ, ਨਾ ਰੱਜਣ ਤੋਂ ਭਾਵ ਕਿ ਤ੍ਰਿਸ਼ਨਾ ਹਰੇਕ ਬੰਦੇ, ਕੀ ਧਾਰਮਿਕ ਬੰਦਾ, ਕੀ ਸੰਸਾਰਕ ਬੰਦਾ, ਕੀ ਸਮਾਜਿਕ ਤੌਰ ਤੇ ਵਿਚਰਨ ਵਾਲਾ ਬੰਦਾ, ਤੇ ਕੀ ਉਹ ਬੇਨਤੀ ਕਰਾਂ ਰਾਜਨੀਤਿਕ ਬੰਦਾ, ਕੋਈ ਵੀ ਦੁਨੀਆ ਤੇ ਬੰਦਾ ਹੋਵੇ। ਸਤਿਗੁਰੂ ਜੀ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕੋਰੇ ਪਰੈ ਪਰੈ ਹੀ ਕੋ ਲੂਝੀ ਹੈ। ਬੰਦਾ ਤੇ ਮੰਗੀ ਜਾ ਰਿਹਾ, ਬੰਦਾ ਕਹਿ ਰਿਹਾ ਕਿ ਮੈਂ ਕਿੱਥੇ ਰਾਜਿਆ। ਗੁਰੂ ਨਾਨਕ ਮਹਾਰਾਜ, ਫਿਰ ਬੇਨਤੀ ਧਿਆਨ ਨਾਲ ਸੁਣਿਓ, ਜਪਜੀ ਸਾਹਿਬ ਬੜੇ ਧਿਆਨ ਦੇ ਨਾਲ ਪੜ੍ਹਿਓ। ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਭੁੱਖਿਆਂ ਭੁੱਖ ਨਾ ਉਤਰੀ। ਤੇ ਇੱਕ ਸੱਜਣ ਨੇ ਮੈਨੂੰ ਸਵਾਲ ਕੀਤਾ ਸੀ, ਮੈਂ ਉਹ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹਨੇ ਸਵਾਲ ਕੀਤਾ, ਕਹਿੰਦਾ ਗੁਰੂ ਨਾਨਕ ਮਹਾਰਾਜ ਕਿਤੇ ਸਵਾਲ ਕਰਦੇ ਨਜ਼ਰ ਨਹੀਂ ਆਉਂਦੇ, ਕਿਉਂਕਿ ਉਹ ਤਾਂ ਜਿੱਥੇ ਵੇਖੀਏ ਉੱਤਰ ਦਿੰਦੇ, ਜਵਾਬ ਦਿੰਦੇ ਨਜ਼ਰ ਆਉਂਦੇ ਆ। ਮੈਂ ਉਹਨੂੰ ਆਖਿਆ ਤੈਨੂੰ ਕਿਹਨੇ ਕਹਿਤਾ ਗੁਰੂ ਨਾਨਕ ਮਹਾਰਾਜ ਸਵਾਲ ਨਹੀਂ ਕਰਦੇ? ਕਹਿੰਦਾ ਮੈਂ ਬਾਣੀ ਪੜ੍ਹਦਾ, ਮੈਨੂੰ ਪਤਾ। ਮੈਂ ਕਿਹਾ ਤੂੰ ਪੜ੍ਹਦਾ ਹੀ ਨਹੀਂ, ਫਿਰ ਤੈਨੂੰ ਪਤਾ ਹੀ ਨਹੀਂ। ਜਿਹੜਾ ਬਾਣੀ ਪੜ੍ਹਦਾ ਉਹ ਕਦੀ ਵੀ ਇਹ ਗੱਲ ਨਹੀਂ ਕਹਿ ਸਕਦਾ ਗੁਰੂ ਨਾਨਕ ਮਹਾਰਾਜ ਸਵਾਲ ਨਹੀਂ ਕਰਦੇ। ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹਿਓ ਧਿਆਨ ਦੇ ਨਾਲ। ਪਹਿਲਾ ਸਵਾਲ ਗੁਰੂ ਨਾਨਕ ਮਹਾਰਾਜ ਕਰਦੇ ਆ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਜਿੰਨਾ ਮਰਜ਼ੀ ਤੂੰ ਪਵਿੱਤਰਤਾ ਰੱਖੀ ਜਾ, ਜੋ ਮਰਜ਼ੀ ਕਰੀ ਜਾ, ਕਦੀ ਵੀ ਤੂੰ ਪ੍ਰਾਪਤ ਨਹੀਂ ਕਰ ਸਕਦਾ। ਦੂਜਾ ਸਵਾਲ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਤੀਜਾ ਸਵਾਲ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜਿਹਦੀ ਗੱਲ ਆਪਾਂ ਕਰ ਰਹੇ ਹਾਂ, ਇਹ ਸਵਾਲ ਹੀ ਨੇ, ਸਾਨੂੰ ਹੋਰ ਕੀ ਹੈ। ਜਿਹੜੇ ਚੁੱਪ ਕਰਕੇ ਬੈਠੇ ਸਨ, ਜਿਹੜੇ ਜਾ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਭੁੱਖੇ ਰਹਿ ਕੇ ਪੱਤਿਆਂ ਤੇ ਗੁਜ਼ਾਰਾ ਕਰਦੇ ਸਨ, ਸਤਿਗੁਰੂ ਜੀ ਨੇ ਉਹਨੂੰ ਕਿਹਾ ਮੇਰਾ ਸਵਾਲ ਹੈ, ਮੈਨੂੰ ਜਵਾਬ ਦੇ ਦਿਓ। ਕੌਣ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਸਵਾਲ ਨਹੀਂ ਕੀਤਾ? ਬਸ ਸਾਨੂੰ ਇੱਕੋ ਗੱਲ ਸਮਝਾਈ, ਸਿੱਧ ਗੋਸ਼ਟ ਬਾਣੀ ਪੜ੍ਹੋ ਜੀ। ਗੁਰੂ ਨਾਨਕ ਮਹਾਰਾਜ ਨੇ ਕੋਈ ਸਵਾਲ ਹੀ ਨਹੀਂ ਕੀਤਾ। ਮੈਂ ਕਹਿੰਦਾ ਸਿੱਧ ਗੋਸ਼ਟ ਵਿੱਚ ਵੀ ਕਈ ਵਾਰ ਸਵਾਲ ਗੁਰੂ ਨਾਨਕ ਮਹਾਰਾਜ ਕਰਦੇ ਨਜ਼ਰ ਆਉਂਦੇ ਆ। ਸੁਰਹੁ ਵਿਚਾਰ ਗੱਲ ਹੈ ਬਾਣੀ ਨੂੰ ਧਿਆਨ ਨਾਲ ਪੜ੍ਹਨ ਦੀ। ਮੈਂ ਜਿਹੜੀ ਬੇਨਤੀ ਤੁਹਾਡੇ ਨਾਲ ਸਾਂਝੀ ਕਰਦਾ, ਸਤਿਗੁਰੂ ਜੀ ਕਹਿੰਦੇ ਕੋਈ ਵੀ ਬੰਦਾ ਰੱਜ ਨਹੀਂ ਪਾਉਂਦਾ। ਬੰਦੇ ਦੇ ਅੱਗੇ ਭਾਵੇਂ ਤੁਸੀਂ ਪੁਰੀਆਂ ਦੇ ਭਾਰ ਬੰਨ ਕੇ ਰੱਖ ਦਿਓ, ਬੰਦਾ ਕਹੇਗਾ ਇਹ ਵੀ ਮੇਰੇ ਲਈ ਥੋੜੇ ਨੇ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਭਾਰ ਬੰਨ ਕੇ ਰੱਖ ਦਿਓ ਪੰਡਾਂ ਦੀਆਂ ਪੰਡਾਂ, ਨਹੀਂ ਕਹੇਗਾ। ਗੁਰੂ ਅਰਜਨ ਦੇਵ ਮਹਾਰਾਜ, ਜਦੋਂ ਤੁਸੀਂ ਸੁਖਮਨੀ ਸਾਹਿਬ ਬਾਣੀ ਪੜ੍ਹਦੇ ਹੋ ਤੇ ਬਚਨ ਆਉਂਦਾ, ਸੈਸ ਖੱਟੇ ਲੱਖ ਕੋ ਉਠ ਧਾਵੈ। ਹਜ਼ਾਰਾਂ ਖੱਟ ਲੈਂਦਾ, ਲੱਖਾਂ ਖੱਟ ਲੈਂਦਾ ਬੰਦਾ, ਪਰ ਫਿਰ ਵੀ ਬੰਦਾ ਕਹਿੰਦਾ ਕਿ ਵੀ ਨਹੀਂ ਗੱਲ ਨਹੀਂ ਬਣੀ। ਸੈਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਮਾਇਆ ਦੇ ਪਿੱਛੇ ਦੌੜਿਆ ਫਿਰਦਾ ਹੈ। ਮੇਰਾ ਕਹਿਣ ਤੋਂ ਭਾਵ ਹੈ ਕਿ ਵੀ ਭਾਈ ਗੁਰਦਾਸ ਜੀ ਦੇ ਮੁਤਾਬਕ, ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਤਾਬਕ, ਸਤਿਗੁਰੂ ਜੀ ਕਹਿੰਦੇ ਆ ਬੰਦਾ ਕਦੀ ਵੀ ਰੱਜ ਨਹੀਂ ਪਾਉਂਦਾ। ਜਿੰਨੇ ਵੀ ਕੂੜ ਦੇ ਪ੍ਰਵਾਸੇ ਨੇ ਬੰਦੇ ਨਾਲ ਜੁੜੇ ਹੀ ਰਹਿੰਦੇ ਆ।
ਇਹ ਤਾਂ ਸਗੋਂ ਝੂਠ ਸਮੱਗਰੀ ਪੇਕ ਸੱਚ ਕਰ ਮਾਨਿਆ, ਉਹਨੂੰ ਸੱਚ ਜਾਣ ਕੇ ਬਹਿ ਜਾਂਦਾ, ਫਿਰ ਇਹ ਰੱਜੇਗਾ ਕਿਵੇਂ? ਇਹਦੇ ਪੱਲੇ ਸੱਚ ਨਾ ਹੋਣ ਕਰਕੇ ਇਹ ਰੱਜ ਨਹੀਂ ਪਾਉਂਦਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ, ਜਿਨ੍ਹਾਂ ਦੇ ਕੋਲ ਨਾਮ ਆ ਜਾਂਦਾ ਹੈ ਨਾ ਸਤਿਗੁਰੂ, ਉਹ ਰੱਜ ਜਾਂਦੇ ਆ। ਕਿਵੇਂ ਰੱਜ ਜਾਂਦੇ ਆ? ਕਿਉਂਕਿ ਉਹਨਾਂ ਕੋਲ ਤੇਰੀ ਭਗਤੀ ਆ ਗਈ, ਤੇਰੀ ਬੰਦਗੀ ਆ ਗਈ। ਉਹਨਾਂ ਨੂੰ ਪਤਾ ਲੱਗ ਗਿਆ ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਇੱਕ ਬਚਨ ਮੈਨੂੰ ਖਿਆਲ ਵਿੱਚ ਆਇਆ, ਉਹ ਵੀ ਸਾਂਝਾ ਕਰਾਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਆਪਾਂ। ਸਤਿਗੁਰੂ ਜੀ ਨੇ ਉੱਥੇ ਭਾਵੇਂ ਭਰ ਜਵਾਨੀ ਦੇ ਵਿੱਚ ਹੋਵੇ ਬੰਦਾ ਤੇ ਜਾਂ ਬਿਰਧ ਅਵਸਥਾ ਵਿੱਚ ਹੋਵੇ ਬੰਦਾ, ਦੋਵਾਂ ਦੀ ਗੱਲ ਕਰ ਦਿੱਤੀ ਕਿ ਵੀ ਦੋਵੇਂ ਹੀ ਤ੍ਰਿਸ਼ਨਾ ਦੇ ਅਧੀਨ ਰਹਿੰਦੇ ਆ। ਹਾਲਾਂਕਿ ਦੋਵਾਂ ਨੂੰ ਮਨ ਮੁਖ ਦੇ ਨਾਲ ਜੋੜਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ। ਬਚਨ ਆਪਾਂ ਪੜ੍ਹਦੇ ਹਾਂ, ਕਿਆ ਗੱਭਰੂ ਕਿਆ ਬਿਰਧ ਹੈ। ਗੱਭਰੂ ਭਾਵ ਨੌਜਵਾਨ, ਬਿਰਧ ਭਾਵ ਬਜ਼ੁਰਗ ਅਵਸਥਾ ਵਿੱਚ। ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਕਦੀ ਵੀ ਮਨਮੁਖ ਇਹੋ ਜਿਹੇ ਬੰਦੇ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ, ਪਰ ਹਾਂ ਗੁਰੂ ਕਿਰਪਾ ਕਰਦੇ ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਉਹਦੀ ਤ੍ਰਿਸ਼ਨਾ ਬੁਝਾ ਕੇ ਰੱਖ ਜਾਂਦਾ ਹੈ। ਇਹ ਗੁਰੂ ਦੀ ਕਿਰਪਾ ਹੋਵੇ ਤਾਂ, ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਨੇ ਨਹੀਂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ, ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ, ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੇ ਨੇ। ਮਿਲ ਸੰਗਤ ਗੁਣ ਪ੍ਰਗਾਸ। ਹੁਣ ਇਸ ਭਾਵ ਨੂੰ ਸਮਝਿਓ, ਸਤਿਗੁਰੂ ਜੀ ਕਹਿੰਦੇ ਸਾਧ ਸੰਗਤ ਵਿੱਚ ਮਿਲ ਕੇ ਉਹਨਾਂ ਦੇ ਅੰਦਰ ਭਲੇ ਗੁਣ ਪੈਦਾ ਹੁੰਦੇ ਨੇ। ਭਲੇ ਗੁਣ ਕਿਹੜੇ ਪੈਦਾ ਹੁੰਦੇ ਨੇ? ਉਹਨਾਂ ਦੇ ਸਾਹਮਣੇ ਰੁੱਖੀ ਸੁੱਕੀ ਵੀ ਰੱਖ ਦਿਓਗੇ ਨਾ, ਰੁੱਖੀ ਸੁੱਕੀ ਵੀ ਉਹਨਾਂ ਦੇ ਅੱਗੇ ਪਈ ਹੋਏਗੀ, ਉਹ ਬਚਨ ਕਹਿੰਦੇ ਤੁਹਾਨੂੰ ਸੁਣੇ ਜਾਣਗੇ। ਰੁੱਖੀ ਸੁੱਕੀ ਖਾਏ ਕੈ ਠੰਡਾ ਪਾਣੀ ਪੀਓ, ਵੇਖ ਫਰੀਦਾ ਚੋਪੜੀ ਨਾ ਤਰਸਾਏ ਜੀਓ। ਆ ਸ਼ੁਭ ਗੁਣ ਨੇ ਜਿਹੜੇ ਸੰਗਤ ਵਿੱਚੋਂ ਮਿਲਦੇ ਆ। ਇਹੋ ਜਿਹੇ ਸ਼ੁਭ ਗੁਣ ਕੱਲ ਨੂੰ ਕੋਈ ਗੱਲ ਨਹੀਂ। ਸਤਿਗੁਰੂ ਜੀ ਤਾਂ ਇੱਥੋਂ ਤੱਕ ਕਹਿੰਦੇ ਆ, ਜਿੰਨਾ ਖਾਦੀ ਚੋਪੜੀ ਉਹ ਘਣੇ ਸਹਿਣਗੇ ਦੁੱਖ, ਕਿਉਂਕਿ ਉਹ ਤੇ ਤ੍ਰਿਸ਼ਨਾ ਅਧੀਨ ਨੇ। ਪਰ ਜਿਹੜੇ ਆਪਣੇ ਆਪ ਨੂੰ ਸੰਭਾਲ ਲੈਣਗੇ, ਉਹ ਕੱਲ ਨੂੰ ਆਪਣੀਆਂ ਪੀੜ੍ਹੀਆਂ ਵੀ ਸੰਭਾਲ ਲੈਣਗੇ। ਤੇ ਜਿਨ੍ਹਾਂ ਨੇ ਅੱਜ ਆਪਣਾ ਨਾ ਸੰਭਾਲਿਆ, ਉਹ ਕੱਲ ਨੂੰ ਆਪਣੀਆਂ ਪੀੜ੍ਹੀਆਂ ਵੀ ਨਹੀਂ ਸੰਭਾਲ ਸਕਦੇ, ਉਹ ਵੀ ਉੱਜੜਨਗੇ ਤੇ ਆਉਣ ਵਾਲੇ ਵੀ ਉੱਜੜਨਗੇ। ਸੋ ਸਤਿਗੁਰੂ ਜੀ ਕਹਿੰਦੇ ਆ, ਗੁਰੂ ਦੀ ਸੰਗਤ ਵਿੱਚੋਂ ਤੈਨੂੰ ਸ਼ੁਭ ਗੁਣ ਮਿਲਣਗੇ। ਕਿਹੜੇ? ਗੁਰੂ ਤੈਨੂੰ ਸਿਖਾਏਗਾ ਸਬਰ ਵਿੱਚ ਕਿਵੇਂ ਰਹਿਣਾ, ਗੁਰੂ ਤੈਨੂੰ ਸਿਖਾਏਗਾ ਸੰਤੋਖ ਵਿੱਚ ਕਿਵੇਂ ਰਹਿਣਾ ਹੈ। ਗੁਰੂ ਕਹਿੰਦਾ ਸਬਰ ਅੰਦਰ ਸਾਬਰੀ ਤਨ ਇਵੇਂ ਜਾ ਲੈਣ। ਆਪਣੇ ਤਨ ਨੂੰ ਸਬਰ ਵਿੱਚ ਇੰਨਾ ਕੁ ਜਾਲ ਲੈ, ਤੇਰੇ ਸਬਰ ਦੀ ਪਰਖ ਨਿਰੰਕਾਰ ਵੀ ਕਰੇ ਤੇ ਤੇਰੀ ਪਰਖ ਜਿਹੜੀ ਹੈ ਨਿਰੰਕਾਰ ਦੀ ਕਸਵੱਟੀ ਤੇ ਵੀ ਪੂਰੀ ਉਤਰ ਜਾਏ। ਉਸ ਦਿਨ ਮੈਂ ਇੱਕ ਸਾਖੀ ਦਾ ਸਹਾਰਾ ਲਿਆ ਸੀ। ਭਾਈ ਸਿੰਘਾਂ ਜੀ, ਜਿਹਦੇ ਵੱਲ ਵੇਖ ਕੇ ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਮੁਰੀਦ ਬਣ ਜਾਂਦੇ ਆ ਕਿ ਐਸਾ ਗੁਰੂ ਵੀ ਹੈ ਜਿਹੜਾ ਆਪਣੇ ਸਿੱਖ ਦੇ ਅੰਦਰ ਸੰਤੋਖ ਪੈਦਾ ਕਰ ਦਿੰਦਾ, ਜਿਹੜਾ ਅੱਧੀ ਖਾ ਕੇ ਵੀ ਗੁਜ਼ਾਰਾ ਕਰ ਲੈਂਦਾ। ਇੱਕ ਉਦਾਹਰਨ ਹੋਰ ਦਿੱਤੀ ਸੀ, ਮੀਰ ਮਨੂੰ ਦੀਆਂ ਜੇਲ੍ਹਾਂ ਦੇ ਅੰਦਰ ਬੂੰਦ ਬੂੰਦ ਪਾਣੀ ਹੈ। ਸੋਚੋ, ਉਹ ਆਪ ਉਸ ਬੂੰਦ ਨੂੰ ਪੀਣ ਕੇ ਆਪਣੇ ਬੱਚਿਆਂ ਨੂੰ ਉਹ ਪਿਆਉਣ। ਅੱਧੀ ਅੱਧੀ ਰੋਟੀ ਹੈ, ਸੋਚੋ ਉਹ ਆਪ ਖਾਣ ਕੇ ਆਪਣੇ ਬੱਚਿਆਂ ਨੂੰ ਖਵਾਉਣ। ਇਹ ਗੁਰੂ ਦੇ ਦਿੱਤੇ ਹੋਏ ਸ਼ੁਭ ਗੁਣ ਨੇ। ਜਿਹੜਾ ਇਹਨਾਂ ਸ਼ੁਭ ਗੁਣਾਂ ਨੂੰ ਹੰਢਾ ਲੈਂਦਾ ਨਾ, ਉਹ ਜ਼ਿੰਦਗੀ 'ਚ ਕਦੀ ਮਾਰ ਨਹੀਂ ਜੇ ਖਾਦਾ। ਇੱਕ ਬੇਨਤੀ ਮੇਰੇ ਖਿਆਲ ਵਿੱਚ ਹੋਰ ਆਈ। ਅੱਜ ਭਾਵੇਂ ਮੇਰੇ ਵਰਗੇ ਕੋਲ ਖਾਣ ਦੇ ਲਈ ਬੜਾ ਚੰਗਾ ਹੋ ਸਕਦਾ, ਪਰ ਸਾਡੀ ਤਿਆਰੀ ਇਹੋ ਜਿਹੀ ਹੋਣੀ ਚਾਹੀਦੀ ਹੈ। ਭਾਵੇਂ ਅੱਜ ਮੇਰੇ ਕੋਲ ਖਾਣ ਦੇ ਲਈ ਚੰਗਾ ਹੈ, ਜੇ ਕੱਲ ਨੂੰ ਕਿਤੇ ਮੈਨੂੰ ਅੱਕ ਵੀ ਚਬਾਣੇ ਪੈ ਜਾਣ, ਮੈਨੂੰ ਚਬਾਉਣੇ ਪੈਣ, ਸਾਡੀ ਤਿਆਰੀ ਇਹੋ ਜਿਹੀ ਹੋਣੀ ਚਾਹੀਦੀ। ਮੇਰੀ ਬੇਨਤੀ ਧਿਆਨ ਨਾਲ ਸੁਣਿਓ। ਜੇ ਅੱਜ ਸਾਰੇ ਸੁੱਖ ਆਰਾਮ ਨੇ, ਕੱਲ ਨੂੰ ਦੁੱਖ ਆ ਜੇ, ਸੜਕ ਤੇ ਪੈਣਾ ਪੈ ਜਾਏ, ਤਾਂ ਵੀ ਮੈਂ ਸਬਰ ਵਿੱਚ ਆਪਣੀ ਜ਼ਿੰਦਗੀ ਹੰਢਾ ਸਕਾਂ, ਉਹਦੀ ਰਜਾ ਵਿੱਚ ਰਹਿ ਕੇ ਆਨੰਦ ਮਾਣ ਸਕਾਂ। ਇਹ ਆਉਂਦਿਆਂ ਵਕਤ ਨਹੀਂ ਲੱਗਦਾ, ਕਿਸੇ ਤੇ ਵੀ ਆ ਸਕਦਾ ਤੇ ਸਮਾਂ ਦੱਸ ਕੇ ਥੋੜ੍ਹਾ ਆਉਂਦਾ।
समय ने दस के थोड़ा आना कि मैं तेरे ते आउण लगा, तैयार हो जा। ये तैयारी तो आपां पहलां ही करनी है। बंदा सुखां दियां तैयारियां कर लैंदा है पर दुख की तैयारी कोई नहीं कर पाउंदा। बस तां ही तो बंदा फिर कुरला उठदा है, क्योंकि इन्नी तैयारी नहीं कीती हुंदी। सो धन गुरु रामदास महाराज कहंदे आ, गुरु तेनू शुभ गुण सिखाउंदा है। जे तू गुरु दे कोलों शुभ गुण सीख लेना तो जीवन बड़ा सोहना बन जाएगा। मैं एक उदाहरण होर मैनू चेते आ गई। आनंदपुर साहिब की धरती, गल्लां बहुत याद आउंदियां पर छड्डण नूं भी जी नहीं करदा। छड्ड जाइए तो वे जहन जिहड़ा है ना वो आग्या भी नहीं दिंदा। सो बेनती कर लगा सां किते आनंदपुर साहिब की धरती वाल अपना ख्याल लैके जाओ, एक तस्वीर बनाओ अपने हिरदे दे अंदर, मन दे अंदर। 7 महीने का घेरा जिस आनंदपुर दे दाते ने अपने पुत्रां नूं, अपने महलां नूं, अपने परिवार नूं, अपने खालसे नूं खाण दे लई बड़ा चंगा दिता होवे, पहनण दे लई बड़ा चंगा दिता होवे, पीण दे लई बड़ा चंगा दिता होवे, अज ओही ओदे पुत्र आप, ओदा परिवार, ओदा खालसा ना ते ओदे कोल चंगा खाण दे लई है, ना ओदे कोल चंगा पहनण दे लई है, ना ही ओदे कोल पीण दे लई है। चेते रखना, गुरु गोबिंद सिंह पातशाह ने सिख नूं दस्सिया, सिक्खा तेरी तैयारी किहो जी होनी चाहिए है। माछीवाड़े दा जंगल होवे, ये नहीं कि तेरे कोल भांत भांत दियां खाण दियां चीज़ां होणगियां, थोड़ा खा के भी तू सबर कर ले, सबर विच होवेगा। सो बेनती करा, सतगुरु जी कहते शुभ गुण कित्थों मिलते आ? ये गुरु की खजूरी विचों मिलते आ, निरंकार तो मिलते आ। अगे सतगुरु जी कहते जिन हर 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 रस नाम ना पाया। हुण सतगुरु जी भागहीन बंदियां दा जिक्र करते आ, भाव जिहड़े परमात्मा तो खुंझे होया मनमुख बंदे, जिहड़े रब वाले पासे कदी आए ही नहीं, जिन्हां ने हमेशा ही अपने मन की कीती ते अज भी अपने मन की करते आ। सतगुरु जी उन्हां दा जिक्र करन लगे आ। पर जिन्हां मनुखां नूं परमात्मा दे नाम दा स्वाद नहीं ना आया, भाव रस नहीं आया, सतगुरु जी कहते जिन्हां नूं प्रभु दे नाम नहीं मिलिया वो बदकिस्मत बंदे खान। भाव उन्हां वर्गी बदकिस्मती किसे कोल नहीं जिहो जी इन्हां दे कोल है। क्यों? सतगुरु जी कहते आ वो जमां दे वस पए हुए समझो, अज भी जमां दे वस पए, कल भी जमां दे वस पए। सतगुरु जी कहते उन्हां नूं जमां ने आके घेर लैणा है, क्योंकि वो परमात्मा तो ते गुरु तो दूर होए बैठे आ। ते जेड़े परमात्मा तो दूर होए बैठे आ, सतगुरु जी कहते आ उन्हां नूं ते जमां दी मार पएगी पएगी। उन्हां नूं तां सतगुरु जी कहते दूड़ा आयो जमै तना, उन्हां वल तां समा भज्जा लगा आ रहा है, पर उन्हां वो अवेसले बैठे आ। ते जेड़े अवेसले हो जाते आ, सतगुरु जी कहते अपनी जिंदगी च फिर कुछ कर भी नहीं पाउंदे। अगली गल सतगुरु जी कहते जो सतगुर शरण संगत नहीं आए त्रिग जीवे, त्रिग जीवास। ये शब्द जिहड़ा है ना त्रिग, 100 वार तिसी किसे नूं दर फिटे मूँह कहो ना, दुर फिटे मूँह, ये शब्द आम पिंडां विच वरतिया जांदा है। 100 वार कहो ते एक त्रिग कह लो, एक वारी बनदा है। 100 वार क्या ते एक वारी त्रिग क्या, 100 वारी फटकारां बनदियां ने, लाणतां बनदियां ने। ते मैं बेनती करा गुरु रामदास महाराज उन्हां मन मुखां नूं त्रिग कहिंदे आ, लाणतां पाउंदे आ उन्हां दे जीवन ते जिहड़े सतगुरु दी शरण विच नहीं आए, जिहड़े सतगुरु दी संगत विच नहीं आउंदे। सतगुरु जी अगे कहिंदे आ जिन हर जन सतगुर संगत पाई, तिन धुर मस्तक लिखिया लिखास। हुण जिन्हां ने गुरु की संगत प्राप्त कर ली, सतगुरु जी कहते उन्हां तो धुर तो ही मत्थे ते भाग लिखे आ, वो धुर तो लिखा के आए। गुरु की संगत तो रोज गुरु की संगत करदे आ, ऐसा कोई दिन नहीं जिहड़ा उन्हां दे लई
ਚੰਗਾ ਨਾ ਹੋਵੇ, ਹਰ ਵੇਲੇ ਹੀ ਉਹ ਗੁਰੂ ਦੀ ਯਾਦ ਵਿੱਚ ਰਹਿੰਦੇ ਆ। ਸਵੇਰੇ ਵੀ ਸੰਗਤ ਕਰਦੇ ਆ, ਸ਼ਾਮ ਨੂੰ ਵੀ ਸੰਗਤ ਕਰਦੇ ਆ, ਨਿਤਨੇਮ ਅੰਮ੍ਰਿਤ ਵੇਲੇ ਵੀ ਕਰਦੇ ਆ ਤੇ ਸ਼ਾਮ ਨੂੰ ਵੀ ਆਪਣਾ ਨਿਤਨੇਮ ਕਰਦੇ ਆ। ਤੇ ਸਤਿਗੁਰੂ ਜੀ ਕਹਿੰਦੇ ਇਸ ਤੋਂ ਵੱਡੇ ਭਾਗ ਕਿਹਦੇ ਹੋਣਗੇ? ਤੇ ਇਹੋ ਜਿਹੇ ਭਾਗ ਗੁਰਸਿੱਖਾਂ ਦੇ ਹੁੰਦੇ ਆ। ਸਤਿਗੁਰੂ ਜੀ ਕਹਿੰਦੇ ਉਹ ਗੁਰਸਿੱਖ ਜਿਹੜੇ ਹਮੇਸ਼ਾ ਹੀ ਗੁਰੂ ਦੇ ਸਨਮੁਖ ਰਹਿੰਦੇ ਆ। ਸਤਿਗੁਰੂ ਜੀ ਅੱਗੇ ਕਹਿੰਦੇ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਧੰਨ ਹੈ ਸਤ ਸੰਗਤ, ਧੰਨ ਹੈ ਸਤ ਸੰਗਤ ਜਿਸ ਵਿੱਚ ਬੈਠਿਆਂ ਪ੍ਰਭੂ ਦਾ ਨਾਮ ਆਨੰਦ ਮਿਲਦਾ ਹੈ। ਇੱਥੇ ਬੈਠ ਕੇ ਹਮੇਸ਼ਾ ਨਾਨਕ ਭਗਤਾਂ ਸਦਾ ਵਿਗਾਸ, ਖੇੜਾ ਹੀ ਖੇੜਾ ਪੈਦਾ ਹੋ ਜਾਂਦਾ ਹੈ। ਵੈਸੇ ਮੈਂ ਜਿੰਨੀ ਵਿਚਾਰ ਤੁਹਾਡੇ ਨਾਲ ਕੀਤੀ, ਇੱਕ ਇੱਕ ਪੰਕਤੀ ਦੇ ਉੱਤੇ ਇੱਕ ਇੱਕ ਘੰਟਾ ਬੋਲਿਆ ਜਾ ਸਕਦਾ ਹੈ, ਪਰ ਸਮੇਂ ਨੂੰ ਸੰਕੋਚਣਾ ਪੈਂਦਾ ਕਈ ਵਾਰ ਅਗਾਂਹ ਵਧਣ ਦੇ ਲਈ। ਸੋ ਚਾਹੁੰਦਾ ਤੇ ਨਹੀਂ ਸੀ ਕਿ ਵੀ ਆਪਾਂ ਇਸ ਸ਼ਬਦ ਨੂੰ ਇਸ ਤਰ੍ਹਾਂ ਛੱਡੀਏ, ਪਰ ਮਾਫ ਕਰਨਾ। ਕਈ ਸੱਜਣਾਂ ਨੇ ਫੋਨ ਕੀਤੇ ਕਿ ਵੀ ਸ਼ਬਦ ਦੀ ਵਿਚਾਰ ਜਿਹੜੀ ਆ ਉਹ ਪੂਰੀ ਕਰ ਦਿਆ ਕਰੋ, ਤੇ ਮੈਂ ਤਾਂ ਤੁਹਾਡੇ ਨਾਲ ਸ਼ਬਦ ਦੀ ਵਿਚਾਰ ਪੂਰੀ ਕਰ ਦਿੱਤੀ। ਅੱਗੋਂ ਤੋਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ, ਜਿਹੜਾ ਵੀ ਸ਼ਬਦ ਕਰਾਂਗਾ ਉਹ ਪੂਰਾ ਹੀ ਤੁਹਾਡੇ ਨਾਲ ਸਾਂਝਾ ਕਰਾਂਗਾ, ਅੱਧ ਵਿਚਕਾਰ ਨਹੀਂ ਉਹਨੂੰ ਮੈਂ ਲਟਕਾਵਾਂਗਾ। ਸੋ ਸਤਿਗੁਰ ਕਿਰਪਾ ਕਰੇ, ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਇਸੇ ਤਰ੍ਹਾਂ ਗੁਰੂ ਸ਼ਰਨ ਵਿੱਚ ਆਉਂਦੇ ਰਹੀਏ, ਬਾਣੀ ਪੜ੍ਹਦੇ, ਬਾਣੀ ਸੁਣਦੇ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।